ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਕੱਲ੍ਹ ਦੇ ਵਿਚਾਰ ਵਿੱਚ ਆਪਾਂ ਵੈਰਾਗ ਦਾ ਵਿਵੇਚਨ ਕੀਤਾ ਸੀ। ਆਪ ਜੀ ਨੂੰ ਵਿਚਾਰ ਵਿੱਚ ਇਹ ਗੱਲ ਦੱਸੀ ਗਈ ਸੀ ਕਿ ਵੈਰਾਗ ਔਰ ਵਿਵੇਕ ਦੋ ਸਕੇ ਭਰਾ ਹਨ ਔਰ ਭਗਤੀ ਇਹਨਾਂ ਦੀ ਮਾਂ ਹੈ। ਭਗਤੀ ਤੋਂ ਹੀ ਵੈਰਾਗ ਪੈਦਾ ਹੁੰਦਾ ਹੈ, ਭਗਤੀ ਤੋਂ ਹੀ ਵਿਵੇਕ ਪੈਦਾ ਹੁੰਦਾ ਹੈ। ਔਰ ਅੱਜ ਆਪਾਂ ਵਿਵੇਕ ਦੀ ਵਿਚਾਰ ਕਰਾਂਗੇ ਕਿ ਵਿਵੇਕ ਕਿਸ ਨੂੰ ਆਖਦੇ ਹਨ। ਵਿਵੇਕ ਦੇ ਸ਼ਬਦੀ ਅਰਥ ਕਰ ਲਈਏ, ਬਿਵ ਦਾ ਮਤਲਬ ਹੁੰਦਾ ਹੈ ਦੋ, ਏਕ ਦਾ ਮਤਲਬ ਹੁੰਦਾ ਹੈ ਇੱਕ। ਦੋਵਾਂ ਦੇ ਵਿੱਚੋਂ ਇੱਕ ਨੂੰ ਚੁਣ ਲਈਏ, ਉਸ ਦਾ ਨਾਮ ਹੈ ਵਿਵੇਕ। ਦੋ ਚੀਜ਼ਾਂ ਦੇ ਵਿੱਚੋਂ ਇੱਕ ਨੂੰ ਗ੍ਰਹਿਣ ਕਰ ਲਈਏ, ਇੱਕ ਨੂੰ ਛੱਡ ਦਈਏ, ਉਸ ਦਾ ਮਤਲਬ ਹੈ ਵਿਵੇਕ। ਜਿਸ ਤਰ੍ਹਾਂ ਜੋ ਹੰਸ ਹੈ, ਹੰਸ ਨੂੰ ਆਖਦੇ ਹਨ ਕਿ ਦੁੱਧ ਅਤੇ ਪਾਣੀ ਮਿਲਾ ਕੇ ਦੇ ਦੇਵੋ, ਅਤੇ ਉਸ ਦੀ ਚੁੰਝ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਦੁੱਧ ਪੀ ਜਾਂਦਾ ਹੈ ਅਤੇ ਪਾਣੀ ਛੱਡ ਦਿੰਦਾ ਹੈ। ਐਸੀ ਜੋ ਹੰਸ ਬੁੱਧੀ ਵਾਲੇ ਪੁਰਸ਼ ਹਨ, ਉਹ ਵਿਵੇਕੀ ਹਨ। ਉਹਨਾਂ ਨੂੰ ਵਿਵੇਕੀ ਆਖਿਆ ਜਾ ਸਕਦਾ ਹੈ। ਸੰਸਾਰ ਦੇ ਵਿੱਚ ਸੱਤ ਕੀ ਹੈ, ਅਸੱਤ ਕੀ ਹੈ, ਸੱਤ ਨੂੰ ਗ੍ਰਹਿਣ ਕਰ ਲੈਣਾ, ਅਸੱਤ ਨੂੰ ਤਿਆਗ ਦੇਣਾ, ਇਸ ਦਾ ਨਾਮ ਵਿਵੇਕ ਹੈ। ਜੈਸੇ ਕਿਸੇ ਮਹਾਂਪੁਰਸ਼ਾਂ ਨੇ ਲਿਖਿਆ ਹੈ, ਕਬੀਰ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਨੇ ਨ ਜਾਏ, ਉਹ ਕਹੋ ਕਬੀਰ ਗੁਰਖਰੀ ਬਜਾਈ, ਚੀਟੀ ਹੋ ਕੇ ਖਾਈ। ਕੀੜੀ ਬਣ ਕੇ ਖੰਡ ਰੇਤ ਦਾ ਸਰੋਂ ਦਾ ਮਲਾਪ ਨੂੰ ਅਲੱਗ ਕੀਤਾ ਜਾ ਸਕਦਾ ਹੈ। ਭਗਤ ਕਬੀਰ ਜੀ ਇਸੇ ਨੂੰ ਆਖਦੇ ਹਨ, ਹਰ ਹੈ ਖਾਂਡ ਰੇਤ ਮੈਂ ਵਿਖਰੀ, ਹਸਤੀ ਚੁਣੀ ਨਾ ਜਾਏ। ਹਾਥੀ ਕੋਲੋਂ ਚੁਣੀ ਨਹੀਂ ਜਾਂਦੀ। ਕਹੋ ਕਬੀਰ ਗੁਰਖਰੀ ਬਜਾਈ, ਚੀਟੀ ਹੋਏ ਕੇ ਖਾਏ। ਗੁਰਾਂ ਨੇ ਸੂਖਸ਼ਮ ਬੁੱਧੀ ਦਿੱਤੀ, ਵਿਵੇਕ ਬੁੱਧੀ ਦਿੱਤੀ, ਅਤੇ ਉਸ ਕਰਕੇ ਪਰਮਾਤਮਾ ਨੂੰ ਵਿੱਚੋਂ ਗ੍ਰਹਿਣ ਕੀਤਾ ਜਾ ਸਕਦਾ। ਐਸਾ ਜਿਹੜਾ ਵਿਵੇਕ ਹੈ, ਉਹ ਵਿਵੇਕ ਕਿਸੇ ਵਿਵੇਕੀ ਪੁਰਸ਼ ਦੇ ਹਿੱਸੇ ਵਿੱਚ ਆਉਂਦਾ ਹੈ, ਜੋ ਬੜੇ ਵੱਡੇ ਭਾਗਾਂ ਵਾਲੀ ਗੱਲ ਹੈ। ਜਿਸ ਤਰ੍ਹਾਂ ਕਿਸੇ ਬਰਤਨ ਦੇ ਵਿੱਚ ਖੰਡ, ਰੇਤ ਅਤੇ ਸਰੋਂ ਰਲਾ ਕੇ ਰੱਖ ਦਈਏ, ਅਤੇ ਜੇ ਕਿਸੇ ਹੋਰ ਜਾਨਵਰ ਜਾਂ ਪੰਛੀ ਨੂੰ ਕਹੀਏ ਵੀ ਇਸ ਨੂੰ ਜੁਦਾ ਜੁਦਾ ਕਰ ਦੇਵੋ, ਤਾਂ ਉਹ ਕਰ ਨਹੀਂ ਸਕਦੇ। ਔਰ ਜੋ ਕੀੜੀ ਹੈ, ਕੀੜੀ ਉਹ ਉਹਨਾਂ ਨੂੰ ਵੱਖ ਕਰ ਦਿੰਦੀ ਹੈ, ਕਿਉਂਕਿ ਉਸ ਦੇ ਵਿੱਚ ਤਾਕਤ ਹੈ, ਬਰੀਕ ਬੁੱਧੀ ਹੈ, ਬਰੀਕ ਉਸ ਦੀ ਚੁੰਝ ਹੈ। ਇਸ ਕਰਕੇ ਜੇਕਰ ਹਾਥੀ ਨੂੰ ਕਹੀਏ ਵੀ ਜੁਦਾ ਜੁਦਾ ਕਰ, ਤਾਂ ਹਾਥੀ ਨਹੀਂ ਕਰ ਸਕਦਾ। ਇਸ ਕਰਕੇ ਜਿਹੜੀ ਬਰੀਕ ਬੁੱਧੀ ਹੈ, ਵਿਵੇਕ ਬੁੱਧੀ ਹੈ, ਇਹ ਸੱਤ ਅਤੇ ਅਸੱਤ ਦਾ ਨਿਰਣਾ ਕਰ ਸਕਦੀ ਹੈ। ਅਸੱਤ ਨੂੰ ਤਿਆਗ ਦਿੰਦੀ ਹੈ ਅਤੇ ਸੱਤ ਨੂੰ ਗ੍ਰਹਿਣ ਕਰ ਲੈਂਦੀ ਹੈ। ਸੱਤ ਰੂਪ ਪਰਮੇਸ਼ਰ ਹੈ, ਅਸੱਤ ਰੂਪ ਇਹ ਸੰਸਾਰ ਹੈ। ਅਸੱਤ ਨੂੰ ਜਦੋਂ ਤਿਆਗ ਕਰ ਦਈਏ ਤਾਂ ਪਿੱਛੋਂ ਉਹ ਪਰਮਾਤਮਾ ਬਚਦਾ ਹੈ, ਜੋ ਸੱਤ ਰੂਪ ਹੈ। ਵਿਵੇਕੀ ਪੁਰਸ਼ ਦੀ ਜਿਹੜੀ ਬੁੱਧੀ ਹੈ, ਸੂਖਸ਼ਮ ਹੁੰਦੀ ਹੈ। ਉਹ ਸੱਤ ਨੂੰ ਹੀ ਗ੍ਰਹਿਣ ਕਰੇਗੀ, ਅਸੱਤ ਨੂੰ ਗ੍ਰਹਿਣ ਨਹੀਂ ਕਰੇਗੀ। ਇਸ ਕਰਕੇ ਪਰਮੇਸ਼ਰ ਦੇ ਭਜਨ ਦੇ ਵਿੱਚ ਉਸ ਦਾ ਮਨ ਲੀਨ ਰਹਿੰਦਾ ਹੈ। ਜਦੋਂ ਵਿਵੇਕ ਬੁੱਧੀ ਪ੍ਰਾਪਤ ਹੋ ਜਾਵੇ, ਸਮਝ ਲਓ ਕਿ ਉਹ ਭਜਨ ਦੀ ਮੰਜ਼ਿਲ, ਸਾਨੂੰ ਨਾਮ ਜਪਣ ਦੀ ਮੰਜ਼ਿਲ ਮਿਲ ਰਹੀ ਹੈ। ਇੱਕ ਮਾਰਗ ਹੈ
उस आनंद रूप प्रभु तक ले जाती है। इस तरह की बुद्धि। सो प्यारी साध संगत, जिहड़ा मन है ये विवेकी होवे, बुद्धि विवेकी होवे और इन्हां दे सेंटर दे विच, मन और बुद्धि दे सेंटर दे विच जो परमात्मा दा वास है, इन्हां दोनों नूं, मन और बुद्धि नूं सत्या दे रहा है। वो परमेश्वर दा नाम है, परमेश्वर आप है, आत्मा है, परमात्मा है। वेदांत का वचन है, मन बुद्धि सो कहत है, जिंतु दे जगाई, उठा है परमानंद जब, मैं तू जग मिट जाए। मन बुद्धि नूं आखदा है कि ऐ बुद्धि, साडे अंतर दे विच परमात्मा जो बसिया होया है, अजे तक वो सुत्ता पिया है। जदों उठ गया, ज्ञान की जागृति हो गई, तो फिर ना मैं रहांगा ते ना तू रहेगी। उठा है परमानंद जब, मैं तू जग मिट जाए। तो एक शेष परमात्मा ही रहेगा, बाकी सारा कुछ मिट जाएगा। इसी तरह ही संसार दे विच जो आवागमन हुंदा है, ये अज्ञान करके हुंदा है। जदों ज्ञान की प्राप्ति हो जाए तो फिर वो एक परमात्मा ही रहिंदा है। बाबा फरीद जी का वचन है कि सिमरन करने वाले लोगों को विवेक बुद्धि प्राप्ति हुंदी है। विवेक के द्वारा, बैराग के द्वारा, भगती के द्वारा वो परमेश्वर का आराधन करते हैं। जिस तरह रात को सिमरन करके सोईए तो सुबह उठ के उही सिमरन मन दे विच चलदा हुंदा है। विवेक बुद्धि ही चलती हुंदी है। फरीदा पहले पहरे फुलड़ा, फल भी पिछा रात, जो जागन लहन सो साईं कन्नों दात। पहले पैर दे विच कीता होया सिमरन पिछली रात दे विच फल बन जाता है। पहले पहरे फुलड़ा, जदों असी शाम नूं, रात नूं सिमरन करते हाँ तो फुल रूप बन जाता है। जदों फिर सुबह तड़के उठ के सिमरन करिए तो वही जो रात का कीता हुआ सिमरन फुल रूप है, वो फल बन के प्रतीत होता है तो महा शांति आती है। सो जो सानू विवेक बुद्धि परमेश्वर दवे, कृपा करे कि हंस बुद्धि सानू प्राप्त होवे। जदों हंस बुद्धि प्राप्त हो गई तो फिर भगती भी साडे कोल आ जाएगी, बैराग भी आ गया, विवेक भी आ गया और जन्म मरण का चक्कर भी खत्म हो जाता है। सो परमात्मा सारिਆਂ ते कृपा करे, ऐसी विवेक बुद्धि सारिਆਂ नूं। विवेकी पुरख तुम पूछते, तिनका सुनो बयान, बाल चाल तां की पई, राव रंग समझाण। राव रंग समझाण दुआ ने मन में भावे, रंग रूप जोबन देख जरा ने चित लभावे। कहता दौलत राम, माटी अर कंचन एकी, जां की ऐसी दृष्ट, बही है पुरख विवेकी। वही पुरख विवेकी है जिसनों मिट्टी और कंचन समान रूप प्रतीत होता है। सम दृष्टि हो जाती है, विवेक दृष्टि हो जाती है। इसका नाम परम विवेकी है, जिसनों ग्रहण करके संसार तो पार हो जाता है। वाहिगुरू जी का खालसा, वाहिगुरू जी की फतेह।